ਪਿਆਰੇ ਵਿਦਿਆਰਥੀਓ, ਪਿਛਲੇ ਲੈਕਚਰ ਦੇ ਵਿੱਚ ਵੀ ਅਸੀਂ ਡਿਸਕਸ ਕੀਤਾ ਸੀਗਾ ਕਿ ਅਸੀਂ ਕਿਸ ਤਰ੍ਹਾਂ ਜਿਹੜੀਆਂ ਆਰਗੂਮੈਂਟਸ ਆ ਉਹ ਫੰਕਸ਼ਨ ਨੂੰ ਪਾਸ ਕਰਦੇ ਹਾਂ ਅਤੇ ਫੰਕਸ਼ਨ ਫਿਰ ਕਿਸ ਤਰੀਕੇ ਦੇ ਨਾਲ ਜਿਹੜੀ ਹੈਗੀ ਵੈਲਿਊ ਰਿਟਰਨ ਕਰਦਾ ਜਾਂ ਨਹੀਂ ਰਿਟਰਨ ਕਰਦਾ। ਤੋ ਅਸੀਂ ਫਿਰ ਦੁਬਾਰਾ ਜਿਹੜਾ ਹੈਗਾ ਵਾ ਉਹ ਆਰਗੂਮੈਂਟਸ ਬਾਰੇ ਜਾਂ ਪੈਰਾਮੀਟਰਸ ਬਾਰੇ ਜਿਹੜਾ ਹੈਗਾ ਵਾ ਉਹ ਡਿਸਕਸ ਕਰਨ ਜਾ ਰਹੇ ਹਾਂ। ਜਦੋਂ ਅਸੀਂ ਸੀ ਲੈਂਗੁਏਜ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਇੱਕ ਫੰਕਸ਼ਨ ਨੂੰ ਜਿਹੜੀਆਂ ਅਸੀਂ ਆਰਗੂਮੈਂਟਸ ਪਾਸ ਕਰਦੇ ਹਾਂ ਉਹਦੀਆਂ ਦੋ ਵਿਧੀਆਂ ਹਨ ਜਾਂ ਦੋ ਤਰੀਕੇ ਹਨ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਾਲ ਬਾਈ ਵੈਲਿਊ ਜਾਂ ਕਾਲ ਬਾਈ ਰੈਫਰੈਂਸ। ਮਤਲਬ ਕਹਿਣ ਤੋਂ ਭਾਵ ਇਹ ਹੈਗਾ ਵਾ ਕਿ ਅਸੀਂ ਜਿਹੜੀਆਂ ਹੈਗੀਆਂ ਵਾ ਉਹ ਜਾਂ ਤਾਂ ਵੈਲਿਊ ਜਿਹੜੀਆਂ ਹੈਗੀਆਂ ਵਾ ਕਾਲ ਬਾਈ ਵੈਲਿਊ ਮੈਥਡ ਦੇ ਥਰੂ ਪਾਸ ਕਰ ਸਕਦੇ ਹਾਂ, ਜਾਂ ਅਸੀਂ ਜਿਹੜੀਆਂ ਹੈਗੀਆਂ ਵਾ ਜਿਹੜੀਆਂ ਵੈਲਿਊ ਦੇ ਉੱਤੇ ਜਿਹੜੀਆਂ ਕੈਲਕੂਲੇਸ਼ਨਸ ਕਰਾਉਣੇ ਆ ਉਹ ਕਾਲ ਬਾਈ ਰੈਫਰੈਂਸ ਦੇ ਥਰੂ ਕਰਵਾ ਸਕਦੇ ਹਾਂ। ਤੋ ਜਦੋਂ ਅਸੀਂ ਇਹ ਤਰੀਕੇ ਇਸਤੇਮਾਲ ਕਰਦੇ ਹਾਂ ਤਾਂ ਸਾਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੁੰਦਾ ਵਾ ਕਿ ਕੰਸਿਸਟੈਂਸੀ ਇਨ ਨੰਬਰ ਆਫ ਆਰਗੂਮੈਂਟਸ। ਕੰਸਿਸਟੈਂਸੀ ਇਨ ਨੰਬਰ ਆਫ ਆਰਗੂਮੈਂਟਸ ਦਾ ਮਤਲਬ ਹੈਗਾ ਵਾ ਕਿ ਜਿਹੜੀਆਂ ਆਰਗੂਮੈਂਟਸ ਜਿੱਥੋਂ ਅਸੀਂ ਐਕਚੁਅਲ ਆਰਗੂਮੈਂਟਸ ਪਾਸ ਕਰ ਰਹੇ ਹਾਂ, ਜੇ ਸਪੋਜ਼ ਕਰ 2 ਐਕਚੁਅਲ ਆਰਗੂਮੈਂਟਸ ਪਾਸ ਕਰ ਰਹੇ ਹਾਂ ਅਤੇ ਫਾਰਮਲ ਆਰਗੂਮੈਂਟਸ ਵੀ ਜਿਹੜੀਆਂ ਹੈਗੀਆਂ ਉਹ 2 ਹੀ ਹੋਣਗੀਆਂ। ਜੇ ਅਸੀਂ 3 ਕਰ ਰਹੇ ਹਾਂ ਐਕਚੁਅਲ ਆਰਗੂਮੈਂਟਸ ਅਤੇ ਫਾਰਮਲ ਆਰਗੂਮੈਂਟਸ ਵੀ 3 ਹੀ ਹੋਣਗੀਆਂ। ਫਿਰ ਇਹਨਾਂ ਦਾ ਜਿਹੜਾ ਆਰਡਰ ਆ ਉਹ ਵੀ ਜਿਹੜਾ ਹੈਗਾ ਵਾ ਮਤਲਬ ਹੋਏਗਾ ਸੇਮ ਹੋਣਾ ਚਾਹੀਦਾ ਵਾ। ਜਿਸ ਤਰ੍ਹਾਂ ਕਿ ਅਸੀਂ ਜਿੱਥੇ ਐਕਚੁਅਲ ਆਰਗੂਮੈਂਟਸ ਪਾਸ ਕਰ ਰਹੇ ਹਾਂ, ਜੇ ਉੱਥੇ ਸਪੋਜ਼ ਕਰੋ ਮੈਂ ਲਿਖਿਆ ਇੰਟ A, ਇੰਟ B, ਇੰਟ C, ਅਤੇ ਦੈਨ ਜਿਹੜਾ ਹੈਗਾ ਵਾ ਇਹ ਫਾਰਮਲ ਆਰਗੂਮੈਂਟਸ ਦੇ ਵਿੱਚ ਵੀ ਜਿਹੜੀਆਂ ਆਰਗੂਮੈਂਟਸ ਹੈਗੀਆਂ ਉਹ ਇਸ ਤਰ੍ਹਾਂ ਹੀ ਹੋਣਗੀਆਂ ਇੰਟ X, ਇੰਟ Y, ਇੰਟ Z। ਅਤੇ ਇਹਦੇ ਵਿੱਚ ਕੀ ਹੈਗਾ ਵਾ ਕਿ ਜਿਹੜਾ ਆਰਡਰ ਆ ਉਹ ਬਿਲਕੁਲ ਜਿਹੜਾ ਹੈਗਾ ਵਾ ਸੇਮ ਹੈਗਾ ਵਾ। ਅਤੇ ਇਹਨਾਂ ਦੀ ਜਿਹੜੀ ਡੇਟਾ ਟਾਈਪ ਆ ਉਹ ਵੀ ਜਿਹੜੀ ਹੈਗੀ ਹੈ, ਜਿੱਥੇ ਐਕਚੁਅਲ ਆਰਗੂਮੈਂਟਸ ਜੇ ਇੰਟੀਜਰ ਆ ਅਤੇ ਫਾਰਮਲ ਆਰਗੂਮੈਂਟਸ ਵੀ ਇੰਟੀਜਰ ਹੀ ਹੋਏਗੀ। ਤਾਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਵਾ ਅਸੀਂ ਇਹਨਾਂ ਨੂੰ ਅਸੀਂ ਪਾਸ ਔਨ ਕਰਦੇ ਹਾਂ। ਤਾਂ ਪਹਿਲਾਂ ਅਸੀਂ ਕਾਲ ਬਾਈ ਵੈਲਿਊ ਦੀ ਗੱਲ ਕਰਦੇ ਹਾਂ। ਕਾਲ ਬਾਈ ਵੈਲਿਊ ਦਾ ਮਤਲਬ ਇਹ ਹੈਗਾ ਕਿ ਜਦੋਂ ਅਸੀਂ ਕਾਲਿੰਗ ਫੰਕਸ਼ਨ, ਜਿੱਥੋਂ ਅਸੀਂ ਫੰਕਸ਼ਨ ਨੂੰ ਕਾਲ ਕਰ ਰਹੇ ਹੁੰਦੇ ਹਾਂ ਜਾਂ ਕਾਲਿੰਗ ਫੰਕਸ਼ਨ ਤੋਂ ਜਦੋਂ ਅਸੀਂ ਆਰਗੂਮੈਂਟਸ ਪਾਸ ਕਰਦੇ ਹਾਂ ਤਾਂ ਅਸੀਂ ਉਹਨਾਂ ਆਰਗੂਮੈਂਟਸ ਦੇ ਥਰੂ ਜਿਹੜੀਆਂ ਵੈਲਿਊ ਹੈਗੀਆਂ ਵਾ ਉਹ ਫਾਰਮਲ ਜਿਹੜੇ ਪੈਰਾਮੀਟਰਸ ਹੈ ਜਾਂ ਜਿਹੜੇ ਫਾਰਮਲ ਆਰਗੂਮੈਂਟਸ ਹੈਗੇ ਆ ਉਹਨਾਂ ਦੇ ਵਿੱਚ ਜਿਹੜੀਆਂ ਹੈਗੀਆਂ ਵਾ ਪਾਸ ਔਨ ਕਰ ਦਿੰਦੇ ਹਾਂ। ਅਤੇ ਇਸ ਤਰੀਕੇ ਨੂੰ ਅਸੀਂ ਕਹਿ ਦਿੰਦੇ ਹਾਂ ਕਾਲ ਬਾਈ ਵੈਲਿਊ। ਮੈਂ ਦੁਬਾਰਾ ਫਿਰ ਰਿਪੀਟ ਕਰਦਾ ਹਾਂ ਕਿ ਜਦੋਂ ਅਸੀਂ ਕਿਸੇ ਫੰਕਸ਼ਨ ਨੂੰ ਬੁਲਾਉਂਦੇ ਹਾਂ ਤਾਂ ਅਸੀਂ ਐਕਚੁਅਲ ਆਰਗੂਮੈਂਟਸ ਪਾਸ ਕਰਦੇ ਹਾਂ, ਅਤੇ ਐਕਚੁਅਲ ਆਰਗੂਮੈਂਟਸ ਦੀ ਜਿਹੜੀ ਵੈਲਿਊ ਹੁੰਦੀ ਆ ਉਹ ਜਿਹੜੀਆਂ ਫਾਰਮਲ ਆਰਗੂਮੈਂਟਸ ਹੁੰਦੀਆਂ ਵਾ ਉਹਨਾਂ ਦੇ ਵਿੱਚ ਜਿਹੜੀ ਹੈਗੀ ਪਾਸ ਔਨ ਹੋ ਜਾਂਦੀ ਹੈ। ਅਤੇ ਇਸ ਤਰੀਕੇ ਨੂੰ ਅਸੀਂ ਕਾਲ ਬਾਈ ਵੈਲਿਊ ਕਹਿੰਦੇ ਹਾਂ। ਜਿਵੇਂ ਕਿ ਅਸੀਂ ਇੱਕ ਪ੍ਰੋਗਰਾਮ ਦੀ ਐਗਜ਼ਾਮਪਲ ਦੇਖਦੇ ਹਾਂ, ਇਹ ਕਾਲ ਬਾਈ ਵੈਲਿਊ ਜਿਹੜਾ ਮੈਥਡ ਆ ਉਹਨੂੰ ਜਿਹੜਾ ਹੈਗਾ ਇਹ ਦਰਸਾ ਰਿਹਾ ਵਾ। ਤਾਂ ਇਹਦੇ ਵਿੱਚ ਕੀ ਅਸੀਂ ਲਿਖਿਆ ਵਾ ਹੈਸ਼ ਇਨਕਲੂਡ connew.h, ਹੈਸ਼ ਇਨਕਲੂਡ ਸਟੈਂਡਰਡ io.h। ਅਸੀਂ ਇੱਕ ਜਿਹੜਾ ਹੈਗਾ ਵਾ ਸਵੈਪ ਫੰਕਸ਼ਨ ਜਿਹੜਾ ਹੈਗਾ ਵਾ ਉਹ ਉੱਤੇ ਡਿਕਲੇਅਰ ਕਰ ਲਿਆ ਵੋਇਡ ਕਰਕੇ, ਅਤੇ ਅੱਗੇ ਅਸੀਂ ਵੋਇਡ ਮੇਨ ਫੰਕਸ਼ਨ ਲਿਖਿਆ ਇੰਟ A, B। A ਨੂੰ ਅਸੀਂ 10 ਇਨੀਸ਼ੀਅਲਾਈਜ਼ ਕਰਾਤਾ, B ਨੂੰ 20 ਇਨੀਸ਼ੀਅਲਾਈਜ਼ ਕਰਾਤਾ। ਪ੍ਰਿੰਟ F। ਹੁਣ ਮੇਨ ਦੇ ਵਿੱਚ ਅਸੀਂ A ਅਤੇ B ਦੀ ਵੈਲਿਊ ਜਿਹੜੀ ਪ੍ਰਿੰਟ ਕਰਾਵਾਂਗੇ ਉਹ ਕੀ ਆ ਜਾਣੀ ਹੈ, A 10 ਆ ਜਾਣਾ ਅਤੇ B ਆ ਜਾਣਾ 20। ਹੁਣ ਅਸੀਂ ਸਵੈਪ ਜਿਹੜਾ ਫੰਕਸ਼ਨ ਆ ਇਹਦੀ ਬੋਡੀ ਨੂੰ ਅਸੀਂ ਕਾਲ ਕਰ ਰਹੇ ਹਾਂ। ਦੇਖੋ ਇਹਨੂੰ ਅਸੀਂ ਕਾਲ ਕਰ ਰਹੇ ਹਾਂ ਸਵੈਪ, ਅਤੇ ਆਰਗੂਮੈਂਟਸ ਅਸੀਂ ਕੀ ਪਾਸ ਕਰ ਰਹੇ ਹਾਂ A, B। ਹੁਣ ਸਿੱਧਾ ਹੀ ਕੰਟਰੋਲ ਜਿਹੜਾ ਹੈਗਾ ਉਹ ਜੰਪ ਕਰੇਗਾ, ਸਵੈਪ 'ਤੇ ਜਾਏਗਾ। ਸਵੈਪ 'ਤੇ ਗਿਆ ਵੋਇਡ ਸਵੈਪ। ਇੱਥੇ ਵੀ ਕੀ ਹੈਗਾ ਵਾ ਇੰਟ A, ਇੰਟ B। ਦੇਖੋ ਉੱਥੇ ਵੀ ਅਸੀਂ ਇੰਟ A ਅਤੇ ਇੰਟ B ਲਿਆ ਸੀਗਾ, ਉੱਥੇ ਵੀ ਆਰਗੂਮੈਂਟ ਸਾਡੀ ਇੰਟੀਜਰ ਸੀ, ਦੋਨੋਂ ਆਰਗੂਮੈਂਟ ਇੰਟੀਜਰ ਸਨ। ਇੱਥੇ ਵੀ ਸਾਡੀਆਂ ਦੋਨੋਂ ਆਰਗੂਮੈਂਟਸ ਇੰਟੀਜਰ ਹਨ। ਇਹਨਾਂ ਦੀ ਜਿਹੜੀ ਡੇਟਾ ਟਾਈਪ ਹੈ ਦੇਖੋ ਇੱਥੇ ਵੀ ਮੈਚ ਕਰਦੀ ਆ, ਔਰ ਇੱਥੇ ਵੀ ਡੇਟਾ ਟਾਈਪ ਜਿਹੜੀ ਹੈਗੀ ਆ ਉਹ ਸਵੈਪ ਜਿੱਥੋਂ ਅਸੀਂ ਕਾਲ ਕਰ ਰਹੇ ਹਾਂ ਉੱਥੇ ਵੀ A, B ਨੂੰ ਉੱਪਰ ਅਸੀਂ ਜਿਹੜਾ ਹੈਗਾ ਦੇਖੋ A ਨੂੰ ਇੰਟੀਜਰ ਡਿਕਲੇਅਰ ਕੀਤਾ ਅਤੇ B ਨੂੰ ਅਸੀਂ ਇੰਟੀਜਰ ਡਿਕਲੇਅਰ ਕੀਤਾ ਵਾ। ਹੁਣ ਅਸੀਂ ਜਿਹੜੇ ਹੈਗੇ ਆ ਇਸ ਫੰਕਸ਼ਨ ਦੇ ਵਿੱਚ ਦੇਖੋ ਅਸੀਂ ਸਵੈਪ ਇੰਟ A, ਇੰਟ B ਲਿਖਿਆ ਵਾ। ਹੁਣ ਅਸੀਂ ਜੇ ਇੱਥੇ ਇੰਟ X, ਇੰਟ Y ਵੀ ਲਿਖਦੀ ਤਾਂ ਸੇਮ ਹੀ ਗੱਲ ਹੈਗੀ ਆ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਇਹਨਾਂ ਦੀ ਜੇ ਅਸੀਂ X ਅਤੇ Y ਵੀ ਲੈਂਦੇ ਹਾਂ ਤਾਂ ਉਹਦੀ ਵੀ ਡੇਟਾ ਟਾਈਪ ਜਿਹੜੀ ਅਸੀਂ ਰੱਖਣੀ ਹੈ ਉਹ ਇੰਟੀਜਰ ਹੀ ਰੱਖਣੀ ਹੈ, ਇੰਟੀਜਰ X, ਇੰਟੀਜਰ Y। ਪਰ ਅਸੀਂ ਇੱਥੇ ਨਾਮ ਜਿਹੜਾ ਹੈਗਾ ਆਰਗੂਮੈਂਟ ਦਾ ਉਹ ਸੇਮ ਹੀ ਰੱਖ ਲਿਆ ਵਾ ਅਤੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਇੰਟ A, ਇੰਟ B। ਤਾਂ ਹੁਣ ਜਿਹੜਾ ਹੈਗਾ ਦੇਖੋ ਅਸੀਂ ਇੱਥੇ ਵੈਲਿਊ ਸਵੈਪ ਕਰ ਰਹੇ ਹਾਂ। ਅਸੀਂ ਇੱਕ ਵੇਰੀਏਬਲ ਡਿਕਲੇਅਰ ਕੀਤਾ C। ਹੁਣ ਅਸੀਂ C ਨੂੰ A ਦੀ ਵੈਲਿਊ ਦੇ ਰਹੇ ਹਾਂ। A ਦੀ ਵੈਲਿਊ ਕਿੰਨੀ ਸੀ 10, ਇਹਦਾ ਮਤਲਬ C ਕੀ ਬਣ ਗਿਆ 10। ਹੁਣ ਅਸੀਂ B ਦੀ ਵੈਲਿਊ ਕਿੰਨੀ ਸੀਗੀ 20,
ਤੇ ਅਸੀਂ a ਨੂੰ ਕੀ ਦੇ ਰਹੇ ਹਾਂ 20। ਹੁਣ a ਦੀ ਵੈਲਿਊ ਜਿਹੜੀ ਹੈਗੀ 20 ਹੋ ਗਈ ਔਰ b ਤੇ ਜਿਹੜੀ b ਦੀ ਵੈਲਿਊ ਹੈ ਉਹ ਕਿੰਨੀ ਹੋ ਗਈ 10 ਹੋ ਗਈ। ਇਹ ਕਿਉਂਕਿ ਅਸੀਂ b ਲਿਖਿਆ ਵਾ b = c, ਜਾਂ ਅਸੀਂ ਕਹਿ ਸਕਦੇ ਹਾਂ ਕਿ c ਦੀ ਜਿਹੜੀ ਵੈਲਿਊ ਅਸੀਂ b ਨੂੰ ਇਨੀਸ਼ੀਅਲਾਈਜ਼ ਕਰ ਰਹੇ ਹਾਂ, ਤੇ ਉਸ 'ਤੇ ਅਸੀਂ c ਨੂੰ ਜਿਹੜੀ ਆ a ਦੀ ਵੈਲਿਊ ਜਿਹੜੀ ਹੈਗੀ ਆ ਉਹ ਦੇ ਦਿੱਤੀ ਸੀ, ਕਿਉਂਕਿ a ਦੇ ਥਰੂ ਜਿਹੜਾ ਹੈਗਾ ਉਹ 10 ਆਇਆ ਸੀ, b ਦੇ ਥਰੂ 20 ਆਇਆ ਸੀਗਾ। ਤੋ ਇੱਥੇ ਜਿਹੜਾ a ਸੀਗਾ 10 ਸੀਗਾ ਉਹ c ਨੂੰ ਦੇ ਦਿੱਤਾ ਅਸੀਂ, c ਦੀ ਵੈਲਿਊ ਕਿੰਨੀ ਬਣ ਗਈ 10 ਬਣ ਗਈ। b ਦੀ ਵੈਲਿਊ ਕਿੰਨੀ ਉੱਪਰੋਂ ਆਈ ਹੈ 20 ਆਈ ਹੈ, ਹੁਣ a ਦੀ ਵੈਲਿਊ ਕਿੰਨੀ ਬਣ ਗਈ 20 ਬਣ ਗਈ, ਔਰ c ਦੀ ਵੈਲਿਊ ਕਿੰਨੀ ਸੀਗੀ 10, ਉਹ b ਨੂੰ ਦੇ ਦਿੱਤੀ। ਇਹਦਾ ਮਤਲਬ a ਕੀ ਬਣ ਗਿਆ, a ਬਣ ਗਿਆ 20 ਔਰ b ਬਣ ਗਿਆ 10। ਪਰ ਇਹ ਜਿਹੜਾ ਫੰਕਸ਼ਨ ਆ, ਕਿਉਂਕਿ ਇਹ ਜਿਹੜਾ ਹੈਗਾ ਵੋਇਡ ਟਾਈਪ ਆ, ਇਹ ਕੁਝ ਵੀ ਪਿੱਛੇ ਬੈਕ ਰਿਟਰਨ ਨਹੀਂ ਕਰਦਾ। ਇਸ ਕਰਕੇ ਜੇ ਅਸੀਂ ਦੁਬਾਰਾ ਮੇਨ ਪ੍ਰੋਗਰਾਮ ਨੂੰ ਜਾਈਏ ਤੇ ਮੇਨ ਪ੍ਰੋਗਰਾਮ ਦੇ ਵਿੱਚ a ਦੀ ਵੈਲਿਊ ਕਿੰਨੀ ਸੀਗੀ 10 ਸੀ, b ਦੀ ਵੈਲਿਊ 20 ਸੀਗੀ। ਹੁਣ ਇੱਥੇ ਜਦੋਂ ਅਸੀਂ ਜਿਹੜਾ ਵਾ ਫੰਕਸ਼ਨ ਤੋਂ ਅਗਲਾ ਜਿਹੜਾ ਮੈਸੇਜ ਹੈਗਾ ਉਹ ਹੈਗਾ printf ਵੈਲਿਊ ਆਫਟਰ ਸਵੈਪਿੰਗ। ਸਵੈਪਿੰਗ ਤੋਂ ਬਾਅਦ ਅਸੀਂ a ਤੇ b ਨੂੰ ਪ੍ਰਿੰਟ ਕਰਾਉਣੇ ਆ, ਤੇ ਫਿਰ a ਤੇ b ਦੀ ਵੈਲਿਊ ਜਿਹੜੀ ਹੈਗੀ ਉਹ 10 ਤੇ 20 ਹੀ ਪ੍ਰਿੰਟ ਕਰਦਾ ਵਾ, ਕਿਉਂਕਿ ਜਿਹੜਾ ਸਾਡਾ ਸਵੈਪ ਫੰਕਸ਼ਨ ਹੈਗਾ ਵਾ, ਇਹ ਸਵੈਪ ਫੰਕਸ਼ਨ ਆ, ਇਹਨੇ ਇਹ ਵੋਇਡ ਹੈ। ਵੋਇਡ ਦਾ ਮਤਲਬ ਹੁੰਦਾ ਕਿ ਪਿੱਛੇ ਕੁਝ ਵੀ ਰਿਟਰਨ ਨਹੀਂ ਕਰ ਰਿਹਾ। ਇਹਨੇ ਭਾਵੇਂ ਕਿ ਇਸ ਫੰਕਸ਼ਨ ਦੇ ਵਿੱਚ ਜਿਹੜੀਆਂ ਹੈਗੀਆਂ ਵੈਲਿਊ ਸਵੈਪ ਹੋਈਆਂ ਵਾ, ਕਿ ਜਿਹੜੀ ਹੈਗੀ ਆ ਇਹ a ਦੀ ਵੈਲਿਊ ਜਿਹੜੀ ਹੈਗੀ ਉਹ 20 ਹੋ ਗਈ, b ਦੀ ਵੈਲਿਊ ਜਿਹੜੀ ਹੈਗੀ ਆ ਉਹ 10 ਹੋ ਗਈ, ਪਰ ਇਹਨੇ ਪਿੱਛੇ ਕੁਝ ਨਹੀਂ ਰਿਟਰਨ ਕੀਤਾ। ਇਸ ਕਰਕੇ ਉੱਥੇ ਮੇਨ ਦੇ ਵਿੱਚ ਜਿਹੜੀ a ਦੀ ਵੈਲਿਊ ਰਿਟਰਨ ਹੈ ਉਹ 10 ਹੀ ਪ੍ਰਿੰਟ ਹੋਏਗੀ ਔਰ b ਦੀ ਵੈਲਿਊ 20 ਪ੍ਰਿੰਟ ਹੋਏਗੀ। ਤੋ ਇਹ ਵੀ ਜਿਸ ਤਰ੍ਹਾਂ ਇੱਥੇ ਦੇਖੋ ਇਹਦਾ ਆਊਟਪੁੱਟ ਦਿਖਾਇਆ ਵਾ ਉਹਨੇ ਪ੍ਰੋਗਰਾਮ ਦਾ, ਸਵੈਪਿੰਗ ਤੋਂ ਪਹਿਲਾਂ ਵੀ 10 ਤੇ 20 ਸੀ, ਆਫਟਰ ਸਵੈਪਿੰਗ ਵੀ ਜਿਹੜਾ ਹੈਗਾ ਉਹ 10 ਤੇ 20 ਹੀ ਦਿਖਾ ਰਿਹਾ ਹੈ। ਅੱਗੇ ਹੈਗਾ ਕਾਲ ਬਾਈ ਰੈਫਰੈਂਸ। ਕਾਲ ਬਾਈ ਰੈਫਰੈਂਸ ਦਾ ਮਤਲਬ ਇਹ ਹੁੰਦਾ ਕਿ ਜਿਹੜੀਆਂ ਆਰਗੂਮੈਂਟਸ ਅਸੀਂ ਪਾਸ ਕਰ ਰਹੇ ਹਾਂ ਉਹਨਾਂ ਦੀ ਅਸੀਂ ਵੈਲਿਊ ਫੰਕਸ਼ਨ ਨੂੰ ਪਾਸ ਨਹੀਂ ਕਰਾਂਗੇ, ਅਸੀਂ ਉਹਨਾਂ ਦੇ ਐਡਰੈਸ ਪਾਸ ਕਰਾਂਗੇ। ਜਿਸ ਤਰ੍ਹਾਂ %a, %b ਦਾ ਮਤਲਬ ਹੈਗਾ ਵਾ ਕਿ ਅਸੀਂ ਪਾਸ ਕਰ ਰਹੇ ਹਾਂ a ਦਾ ਐਡਰੈਸ, ਤੇ %b ਦਾ ਮਤਲਬ ਹੈਗਾ ਅਸੀਂ ਪਾਸ ਕਰ ਰਹੇ ਹਾਂ b ਦਾ ਐਡਰੈਸ। ਤੇ ਇੱਥੇ ਜਦੋਂ ਅਸੀਂ ਸਵੈਪ ਫੰਕਸ਼ਨ ਦੇ ਵਿੱਚ ਦੇਖੋ ਅਸੀਂ ਪੁਆਇੰਟਰ ਡਿਕਲੇਅਰ ਕੀਤਾ ਵਾ, a ਨੂੰ ਅਸੀਂ ਕੀ ਉੱਤੇ ਦਿੱਤਾ ਸਟਾਰ, int $a, int $b। ਸਟਾਰ a ਦਾ ਮਤਲਬ ਹੈਗਾ ਪੁਆਇੰਟਰ ਆਫ a। ਪੁਆਇੰਟਰ ਆਫ a ਦਾ ਮਤਲਬ ਹੁੰਦਾ ਵਾ ਕਿ a ਕੰਟੇਨਸ ਐਡਰੈਸ ਐਂਡ ਵੈਲਿਊ ਆਫ a। ਇਸੇ ਤਰ੍ਹਾਂ ਹੀ b ਪੁਆਇੰਟਰ ਕੰਟੇਨਸ ਐਡਰੈਸ ਐਂਡ ਵੈਲਿਊ ਆਫ b। ਜਾਂ ਅਸੀਂ ਪੁਆਇੰਟਰ ਦੀ ਡੈਫੀਨੇਸ਼ਨ ਇਸ ਤਰ੍ਹਾਂ ਦੇ ਸਕਦੇ ਹਾਂ ਕਿ ਪੁਆਇੰਟਰ ਕੰਟੇਨਸ ਐਡਰੈਸ ਐਂਡ ਵੈਲਿਊ। ਪੁਆਇੰਟਰ ਕੰਟੇਨਸ ਐਡਰੈਸ ਐਂਡ ਵੈਲਿਊ। ਇੱਕ ਪੁਆਇੰਟਰ ਦਾ ਜਿਹੜਾ ਹੁੰਦਾ ਦੋ ਹਿੱਸਿਆਂ 'ਚ ਡਿਵਾਈਡ ਹੁੰਦਾ ਵਾ, ਇੱਕ ਹਿੱਸਾ ਜਿਹੜਾ ਹੁੰਦਾ ਉਹਦਾ ਐਡਰੈਸ ਕੰਟੇਨ ਕਰਦਾ, ਇੱਕ ਜਿਹੜਾ ਹੈਗਾ ਉਹ ਵੈਲਿਊ ਕੰਟੇਨ ਕਰਦਾ ਹੈ। ਤਾਂ ਤੁਸੀਂ ਜਿਹੜਾ ਹੈਗਾ ਵਾ ਸਿਰਫ ਅਜੇ ਦਿਮਾਗ ਦੇ ਵਿੱਚ ਇੰਨਾ ਹੀ ਰੱਖਣਾ ਵਾ ਕਿ ਅਸੀਂ ਜਿੱਥੋਂ ਫੰਕਸ਼ਨ ਨੂੰ ਕਾਲ ਕਰ ਰਹੇ ਹਾਂ %a, %b, ਅਸੀਂ a ਦਾ ਐਡਰੈਸ ਪਾਸ ਕਰ ਰਹੇ ਹਾਂ, ਔਰ ਜਿਹੜਾ ਹੈਗਾ ਵਾ %b ਦੇ ਥਰੂ ਅਸੀਂ b ਦਾ ਐਡਰੈਸ ਪਾਸ ਕਰ ਰਹੇ ਹਾਂ। ਉਹ ਜਿਹੜਾ a ਦਾ ਐਡਰੈਸ ਆ ਉਹ ਪੁਆਇੰਟਰ a ਨੂੰ ਮਿਲੇਗਾ, ਔਰ ਜਿਹੜਾ b ਦਾ ਐਡਰੈਸ ਹੈ ਪੁਆਇੰਟਰ b ਨੂੰ ਮਿਲੇਗਾ। ਵੈਲਿਊ ਨਹੀਂ ਮਿਲਣੀ ਇਹਨਾਂ ਦੀ, ਕਿਉਂਕਿ ਕਾਲ ਬਾਈ ਵੈਲਿਊ ਦੇ ਵਿੱਚ ਵੈਲਿਊ ਮਿਲਦੀ ਸੀ, ਪਰ ਇੱਥੇ ਕੀ ਆ, ਇੱਥੇ ਅਸੀਂ ਐਡਰੈਸ ਦੇ ਰਹੇ ਹਾਂ। a ਦਾ ਐਡਰੈਸ ਪੁਆਇੰਟਰ a ਨੂੰ ਮਿਲੇਗਾ, ਤੇ ਜਿਹੜਾ ਹੈਗਾ ਵਾ b ਦਾ ਐਡਰੈਸ ਆ ਉਹ ਪੁਆਇੰਟਰ b ਨੂੰ ਮਿਲੇਗਾ। ਹੁਣ ਦੇਖੋ ਅੱਗੇ ਦੇਖੋ, ਇਹ ਇਹਨੇ ਪੂਰਾ ਕਲੀਅਰਲੀ ਦਿਖਾਇਆ ਹੋਇਆ ਵਾ ਕਿ ਲਾਈਕ ਇਫ a ਇਜ਼ ਸਟੋਰਡ ਐਟ ਲੋਕੇਸ਼ਨ 10243, a ਜਿਹੜਾ ਹੈਗਾ ਅਗਰ ਇਹ 10243 ਲੋਕੇਸ਼ਨ ਦੇ ਉੱਤੇ ਸਟੋਰਡ ਆ, ਤੇ ਇਹਦੀ ਜਿਹੜੀ ਵੈਲਿਊ ਹੈਗੀ ਆ a ਦੀ ਉਹ ਹੈਗੀ 10। ਠੀਕ ਹੈ ਜੀ, ਇੱਧਰ ਵੇਖੋ ਦਿਖਾਇਆ ਉਹਨੇ %a ਦਾ ਐਡਰੈਸ ਕੀ ਆ 10243। ਠੀਕ ਹੈ, ਤੇ ਇਹ ਜਿਹੜੀ ਹੈਗੀ ਆ 10243 ਇਹ ਪੁਆਇੰਟਰ a ਨੂੰ ਮਿਲ ਰਹੀ ਆ। ਹੁਣ ਅਸੀਂ ਅਗਰ ਫੰਕਸ਼ਨ ਦੇ ਵਿੱਚ ਇਸ ਐਡਰੈਸ ਦੇ ਉੱਤੇ ਕੋਈ ਵੀ a ਦੀ ਵੈਲਿਊ ਦੇ ਵਿੱਚ ਬਦਲਾਅ ਕਰਦੇ ਆ, ਤੇ ਉਹ ਜਿਹੜਾ ਅਲਟੀਮੇਟ ਜਿਹੜਾ ਮੇਨ ਫੰਕਸ਼ਨ ਦੇ ਵਿੱਚ a ਦੀ ਵੈਲਿਊ ਆ ਉੱਥੇ ਬਦਲਾਅ ਹੋ ਜਾਂਦਾ ਵਾ। ਜੇ ਅਸੀਂ ਇਸ ਐਡਰੈਸ ਦੇ ਉੱਤੇ a ਦੀ ਵੈਲਿਊ 20 ਕਰਾਂਗੇ ਤੇ ਇਹ 10 ਦੀ ਜਗ੍ਹਾ ਤੇ ਇਹ 20 ਬਣ ਜਾਏਗੀ। ਜੇ ਇਹਦੀ ਜਗ੍ਹਾ ਤੇ ਅਸੀਂ 30 ਕਰਾਂਗੇ ਤੇ ਜਿਹੜੀ ਹੈਗੀ ਆ a ਦੀ ਵੈਲਿਊ ਆ ਉਹ ਇੱਥੇ 30 ਬਣ ਜਾਏਗੀ। ਉਹ ਜਿਹੜੀ ਹੈਗੀ ਆ ਇਹ 10 ਵੈਲਿਊ ਦੇ ਉੱਤੇ ਓਵਰਲੈਪ ਕਰ ਜਾਏਗੀ ਜੋ ਵੀ ਅਸੀਂ ਚੇਂਜ ਕਰਦੇ ਹਾਂ, ਕਿਉਂਕਿ ਅਸੀਂ ਜਿਹੜਾ ਵੀ ਬਦਲਾਅ ਕਰ ਰਹੇ ਹਾਂ ਉਹ a ਦੇ ਇਸ ਐਡਰੈਸ ਦੇ ਉੱਤੇ ਜਿਹੜੀ ਵੈਲਿਊ ਸਟੋਰ ਹੋਈ ਆ ਉਹਦੇ ਉੱਤੇ ਅਸੀਂ ਬਦਲਾਅ ਕਰ ਰਹੇ ਹਾਂ। ਕਿਉਂਕਿ a ਦਾ ਐਡਰੈਸ ਹੈਗਾ 10243, ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਵੈਲਿਊ ਹੈਗੀ ਸੀ ਉਹ ਹੈਗੀ 10, ਪਰ ਜਦੋਂ ਅਸੀਂ ਇਹਦੇ ਵਿੱਚ ਚੇਂਜ ਕਰਕੇ ਸਪੋਜ਼ ਕਰੋ 10 ਦੀ ਜਗ੍ਹਾ ਤੇ 20 ਕਰਾਂਗੇ ਤੇ a ਦੀ ਵੈਲਿਊ ਜਿਹੜੀ ਹੈਗੀ ਉਹ 20 ਹੋ ਜਾਏਗੀ। ਠੀਕ ਹੈ, ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਵਾ ਅਸੀਂ ਜਿਹੜਾ ਹੈਗਾ ਵਾ ਉਹ ਕਾਲ ਬਾਈ ਰੈਫਰੈਂਸ ਦਾ ਕੰਸੈਪਟ ਵੀ ਯੂਜ਼ ਕਰਦੇ ਹਾਂ, ਤੇ ਇਹਨਾਂ ਦੋਨਾਂ ਕੰਸੈਪਟ ਨੂੰ ਕਹਿੰਦੇ ਆ ਕਾਲ ਬਾਈ ਵੈਲਿਊ ਤੇ ਕਾਲ